ਜੋ ਕੁਝ ਇਤਿਹਾਸਕ ਦਿਹਾੜੇ, ਕੋਈ ਗੁਰਪੁਰਬ, ਕੋਈ ਸ਼ਹੀਦੀ ਦਿਹਾੜੇ ਲੰਘਦੇ ਹਨ ਤੇ ਆਪਾਂ ਜ਼ਰੂਰ ਕੁਝ ਦੋ ਬੋਲ ਸਾਂਝੇ ਕਰਨ ਦਾ ਯਤਨ ਕੀਤਾ ਹੈ। ਆਪ ਜੀ ਨੂੰ ਜਾਣਕਾਰੀ ਹੋਵੇਗੀ ਹੀ ਕਿ ਬੀਤੇ 2 ਦਿਨ ਸੋ ਇਤਿਹਾਸ ਦੀਆਂ ਪੰਨਿਆਂ ਤੋਂ ਫਰਵਰੀ ਦੇ ਚੜ੍ਹਦੇ ਹੀ ਸਿੱਖ ਕੌਮ ਦੇ ਸਿਰ ਦੇ ਉੱਤੇ ਇੱਕ ਉਹ ਜ਼ਾਲਮਾਨਾ ਹਮਲਾ ਹੋਇਆ ਜਿਹਦੇ ਵਿੱਚ ਪੰਥ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ। ਉਸ ਹਮਲੇ ਨੂੰ, ਉਸ ਜੰਗ ਨੂੰ ਸਾਡੇ ਅੱਖਰਾਂ ਦੇ ਵਿੱਚ ਸਿੱਖ ਜਗਤ ਉੱਤੇ ਵਾਪਰਿਆ ਹੋਇਆ ਵੱਡਾ ਘੱਲੂਘਾਰਾ ਆਖਿਆ ਜਾਂਦਾ ਹੈ। ਭਾਵ ਕਿ ਇਸ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਉਹਨਾਂ ਸਾਰੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਲੰਘਿਆ ਇਸ ਹਫ਼ਤੇ ਵਿੱਚ। ਜੇ ਥੋੜੀ ਬਹੁਤੀ ਇਹਦੀ ਦਾਸਤਾਨ ਪੜ੍ਹ ਕੇ ਵੇਖਣ ਦਾ ਯਤਨ ਕਰੀਏ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੋ ਕੁਝ ਸਾਡੇ ਦੇਸ਼ ਵਿੱਚ ਇਸ ਸਿੱਖ ਕੌਮ ਦੇ ਉੱਤੇ ਵਾਪਰਿਆ, ਬੜਾ ਬਿਖਰਾ ਪੈਂਡਾ ਲੰਘਿਆ। ਆਖਰ ਥੋੜਾ ਬਹੁਤਾ ਖਾਲਸਾਈ ਫੌਜਾਂ ਆਪਣੇ ਪੈਰਾਂ ਤੇ ਖੜੋਣ ਜੋਗੀਆਂ ਹੋਈਆਂ। ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹਨੂੰ ਸੁਲਤਾਨੇ ਉਲ ਕੌਮ ਦਾ ਖਿਤਾਬ ਮਿਲਿਆ, ਸਰਦਾਰ ਚੜ੍ਹਤ ਸਿੰਘ ਸ਼ੁਗਰ ਚੱਕੀਆ, ਇਤਿਹਾਦਿਕ ਦੇ ਹੋਰ ਕੁਝ ਜਰਨੈਲ ਹਨ ਜਿਹੜੇ ਉਸ ਵੇਲੇ ਖਾਲਸਾਈ ਫੌਜਾਂ ਦੇ, ਖਾਲਸਾਈ ਦਲਾਂ ਦੇ ਸੈਨਾਪਤੀ ਕਹਿ ਲਈਏ, ਮੋਹਤਬਰ ਕਹਿ ਲਈਏ। ਉਹਨਾਂ ਹਾਲਾਤਾਂ ਵਿੱਚ ਬਹੁਤ ਲੰਬਾ ਸਫ਼ਰ ਹੈ, ਕਿਤੇ ਪੜ੍ਹ ਕੇ ਵੇਖੋ ਸਿੱਖ ਇਤਿਹਾਸ। ਹੌਲੀ ਹੌਲੀ ਕਰਦਿਆਂ ਇਹਨਾਂ ਨੇ ਆਪਣੇ ਪੈਰ ਜਮਾਏ, ਨਾਦਰ ਸ਼ਾਹ ਵਰਗਿਆਂ ਨੂੰ ਆਉਣ ਤੋਂ ਰੋਕ ਲਾਈ, ਅਬਦਾਲੀ ਵਰਗਿਆਂ ਨੇ ਲਗਭਗ ਕਈ ਹਮਲੇ ਇਸ ਦੇਸ਼ ਨੂੰ ਲੁੱਟਣ ਵਾਸਤੇ ਕੀਤੇ, ਕਿਉਂਕਿ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਸੋਨੇ ਦੀ ਚਿੜੀਆ ਸਮਝ ਕਰਕੇ ਇਥੋਂ ਧਨ ਦੌਲਤਾਂ, ਜਗੀਰਾਂ ਲੁੱਟਣ ਦੇ ਚਾਹਵਾਨ ਇਹੋ ਜਿਹੇ ਧਾੜਵੀ ਲੋਕ ਆਉਂਦੇ ਰਹੇ, ਲੇਕਿਨ ਉਹਨਾਂ ਦਾ ਮਨ ਕੇਵਲ ਸੋਨੇ, ਹੀਰੇ ਜਾਂ ਮੋਤੀ, ਪੈਸੇ ਲੁੱਟ ਕੇ ਮਨ ਨਾ ਭਰਿਆ। ਇਥੋਂ ਦੀ ਜਵਾਨੀ, ਇਥੋਂ ਦੀਆਂ ਧੀਆਂ, ਇਥੋਂ ਦੀਆਂ ਬਹੂ ਬੇਟੀਆਂ ਵੀ ਆਪਣੀਆਂ ਗੁਲਾਮ ਬਣਾ ਕੇ ਲੁੱਟ ਕੇ ਲੈ ਕੇ ਜਾਂਦੇ ਰਹੇ। ਉਸ ਹਾਲਾਤ ਵਿੱਚ ਜਦੋਂ ਇਹੋ ਜਿਹੇ ਧਾੜਵੀ ਚੜ੍ਹ ਕੇ ਆਉਂਦੇ, ਉਹਨਾਂ ਦੇ ਅੱਗੇ ਕਦੇ ਰਾਜਪੂਤ ਖੜੇ ਹੋਏ ਪਰ ਈਨ ਮੰਨ ਗਏ, ਕਦੇ ਇਸੇ ਤਰੀਕੇ ਦੇ ਨਾਲ ਮੁਗਲ ਖੜੇ ਹੋਏ ਤੇ ਈਨ ਮੰਨ ਗਏ, ਕਦੇ ਹੋਰ ਆਏ, ਇੱਥੋਂ ਤੱਕ ਮਰਹੱਟੇ ਆਏ, ਜਿਨ੍ਹਾਂ ਮਰਹੱਟਿਆਂ ਨੂੰ ਮਰਹੱਟਾ ਨਾ ਹੀ ਇਸੇ ਕਰਕੇ ਪਿਆ ਵੀ ਜਿਹੜੇ ਜੰਗ ਵਿੱਚ ਚਲੇ ਜਾਣ, ਜਿਹੜੀ ਮੁਹਿੰਮ ਤੇ ਚੱਲ ਜਾਣ, ਉੱਥੋਂ ਜਿਉਂਦੇ ਨਹੀਂ ਹਟਦੇ, ਮਰ ਕੇ ਹੀ ਪਿਛਾਂ ਹਟਦੇ ਨੇ। ਪਰ ਜਦੋਂ ਅਬਦਾਲੀ ਵਰਗਿਆਂ ਦੇ ਹਮਲੇ ਹੋਏ, ਇਹਨਾਂ ਨੇ ਵੀ ਈਨਾਂ ਮੰਨੀਆਂ। ਖਾਲਸਾ ਜੀ, ਮੈਂ ਕਿਸੇ ਨੂੰ ਨੀਵਾਂ ਦੱਸਣ ਦੀ ਗੱਲ ਨਹੀਂ ਕਰਦਾ, ਕਿਤੇ ਇਤਿਹਾਸ ਦੇ ਪੰਨੇ ਵੇਖੋ ਪੜ੍ਹ ਕੇ, ਉਹਨਾਂ ਰਾਜਪੂਤਾਂ ਤੇ ਇਹਨਾਂ ਮਰਹੱਟਿਆਂ ਨੇ ਇਸ ਅਬਦਾਲੀ ਵਰਗਿਆਂ ਦੀ ਈਨ ਇੱਥੋਂ ਤੱਕ ਮੰਨ ਲਈ ਕਿ ਆਪਣੀਆਂ ਬਹੂ ਬੇਟੀਆਂ, ਆਪਣੀਆਂ ਧੀਆਂ ਦੀਆਂ ਡੋਲੀਆਂ ਲੈ ਕੇ ਉਹਦੇ ਅੱਗੇ ਸਵੀਕਾਰ ਕਰਾਉਣ ਵਾਸਤੇ ਗਏ। ਸਾਡੇ ਰਾਜ ਭਾਗ ਨਾ ਖੋਇਓ, ਸਾਨੂੰ ਸਾਡੀਆਂ ਰਿਆਸਤਾਂ ਇਸੇ ਤਰ੍ਹਾਂ ਭੋਗਣ ਦਿਓ, ਅਸੀਂ ਧੀਆਂ ਦੇ ਡੋਲੇ ਉਸ ਤਰ੍ਹਾਂ ਹੀ ਦੇ ਦਿਆਂਗੇ ਤੁਹਾਨੂੰ। ਇਹਨਾਂ ਮਰਹਟਿਆਂ ਨੂੰ ਇੰਨੀ ਮਾਰ ਮਾਰੀ ਇਸ ਅਬਦਾਲੀ ਨੇ ਕਿ ਉਹ ਆਪਣੇ ਆਪ ਦੇ ਵਿੱਚ ਦਮਗਜਾ ਮਾਰ ਕੇ ਗਿਆ ਸੀ ਕਿ 100 ਸਾਲ, ਕਈ ਪੀੜ੍ਹੀਆਂ ਮਰਹਟੇ ਸਿਰ ਨਹੀਂ ਚੁੱਕ ਨਹੀਂ ਸਕਣਗੇ। ਇਹੋ ਜਿਹਾ ਹਾਲਾਤਾਂ ਵਿੱਚੋਂ ਜਦੋਂ ਕਦੇ 22,000, ਕਦੇ 18,000, ਕਦੇ 12-14,000 ਇਸ ਤਰ੍ਹਾਂ ਦੀਆਂ ਗਿਣਤੀਆਂ ਆਉਂਦੀਆਂ ਨੇ ਕਿ ਇਸ ਦੇਸ਼ ਦੀਆਂ ਬਹੁ ਬੇਟੀਆਂ ਧੀਆਂ ਨੂੰ ਲੁੱਟ ਕੇ, ਬੰਨ ਕੇ, ਕੈਦ ਕਰਕੇ ਲੈ ਕੇ ਜਾਂਦਾ ਹੈ। ਤੇ ਇਹ ਆਪਣੇ ਆਪ ਵਿੱਚ ਮਰ ਹਟਣ ਵਾਲੇ, ਮਰ ਕੇ ਪਿਛਾਂ ਹਟਣ ਵਾਲੀਆਂ ਕੌਮਾਂ ਜਿਹੜੀਆਂ ਉਹਦੀਆਂ ਈਨਾਂ ਮੰਨਦੀਆਂ ਨੇ, ਪਰ ਮੁੱਠੀ ਭਰ ਪੋਟਿਆਂ ਤੇ ਗਿਣਨ ਜੋਗੇ ਇਹਨਾਂ ਸਿੱਖਾਂ ਦੇ ਸੂਰਮਿਆਂ ਦੀ ਗਿਣਤੀ ਹੈ। ਬਦਕਿਸਮਤੀ ਅਬਦਾਲੀ ਦੀ ਇਹ ਰਹੀ ਕਿ ਜਦੋਂ ਇਸ ਦੇਸ਼ ਨੂੰ ਲੁੱਟ ਕੇ ਵਾਪਸ ਆਪਣੇ ਦੇਸ਼ ਅਫਗਾਨਿਸਤਾਨ ਵਾਲੇ ਪਾਸੇ ਨੂੰ ਜਾਣਾ ਹੈ ਤੇ ਦਰਾ ਖੈਬਰ ਦੇ ਦਰਿਆਵਾਂ ਥਾਣੀ, ਉਹਨਾਂ ਪਹਾੜਾਂ ਥਾਣੀ ਲੰਘਣਾ ਪੈਣਾ, ਰਸਤਾ ਪੰਜਾਬ ਦਾ ਪੈਣਾ। ਤੇ ਪੰਜਾਬ ਦੇ ਵਿੱਚ ਗੁਰੂ ਕੇ ਖਾਲਸਾ ਦੇ ਨਾਂ ਥੱਲੇ ਇਹ ਬੈਠੇ ਜਰਨੈਲ ਇਹਨੂੰ ਇੱਕ ਵਾਰ ਵੀ ਇਸ ਦੇਸ਼ ਦੀ ਲੁੱਟ ਮਚਾ ਕੇ ਜ਼ੇਲਮ ਦਰਿਆ ਨਹੀਂ ਟੱਪਣ ਦਿੰਦੇ ਰਹੇ। ਇਹਦੇ ਲੁੱਟੇ ਹੋਏ ਸਾਰਾ ਸਾਬੋ ਸ਼ਬਾਬ ਤੇ ਧੀਆਂ ਭੈਣਾਂ ਜੋ ਕੈਦ ਕਰਕੇ ਲੈ ਕੇ ਜਾਂਦਾ ਰਿਹਾ, ਸਾਰਾ ਕੁਝ ਉਸ ਜੇਲਮ ਦਰਿਆ ਤੇ ਟੱਪਣ ਤੋਂ ਪਹਿਲੋਂ ਛਡਾ ਲੈਂਦੇ ਰਹੇ। ਇਹ ਆਪਣੇ ਸਿਰਾਂ ਨੂੰ ਹੱਥ ਮਾਰਦਾ, ਦੁਹੱਤੜਾ ਮਾਰਦਾ ਵੀ ਇਹ ਕਿਹੜੀ ਕੌਮ ਹੈ ਜਿਹੜੇ ਮੇਰੇ ਰਾਹ ਰੋਕਦੀ ਹੈ। ਮੈਂ ਰਾਜਪੂਤਾਂ ਨੂੰ ਥੱਲੇ ਲਾ ਲਿਆ, ਮੈਂ ਮਰਹਟਿਆਂ ਨੂੰ ਈਨ ਮਨਾ ਲਈ, ਇਹ ਕੌਣ ਨੇ? ਜਿਗਰ ਆਉਂਦਾ ਕਿ ਇੱਕ ਵਾਰ ਲਾਹੌਰ ਦੇ ਆਪਣੇ ਸ਼ਾਹੀ ਕਿਲੇ ਵਿੱਚ ਖਲੋਤਾ ਆਪਣੇ ਵਜ਼ੀਰਾਂ ਅਹਿਲਕਾਰਾਂ ਨੂੰ ਪੁੱਛਦਾ ਹੈ ਵੀ ਇਹ ਕੌਣ ਲੋਕ ਨੇ, ਤੇ ਇਹਦੇ ਖਾਸ ਵਜ਼ੀਰ ਨੇ ਦੱਸਣਾ ਚਾਹਿਆ ਵੀ ਇਹ ਸਿੱਖ ਕੌਮ ਹੈ। ਕਹਿੰਦੇ ਇਹਨਾਂ ਦੀਆਂ ਕੁਝ ਸਿਫਤਾਂ, ਇਹਨਾਂ ਦੀਆਂ ਕੁਝ ਊਣਤਾਈਆਂ ਮੈਨੂੰ ਦੱਸ। ਉਹਨੇ ਫਿਰ ਸਿਫਤਾਂ ਦੱਸਣੀਆਂ ਆਰੰਭ ਕੀਤੀਆਂ, ਕਹਿਣ ਲੱਗਾ, ਮਹਾਰਾਜ ਬਾਦਸ਼ਾਹ ਸਲਾਮਤ, ਇਹ ਸਿੱਖ ਨੇ, ਇਹਨਾਂ ਦਾ ਗੁਰੂ ਪੀਰ ਆਲਮ ਗੁਰੂ ਨਾਨਕ ਹੋਇਆ,
गुरु नानक देव साहब जी की रब्बी जोत 10 जामिया तक गुरु गोबिंद सिंह साहब तक वरती है। गुरु गोबिंद सिंह साहब ने इस कौम नूं आबे हयात पियाया है। उस आबे हयात दे पीण नाल ये कौम गिदड़ां तो शेर बन जाती है। ये नहीं वेखदी कि साडे सामने अड़न वाला भावें लखां की तादाद विच गिनती है, क्योंकि इन्हां दे गुरु ने 40 सूरमियां नूं नाल लैके चमकौर दे जंग विच 10 लाख का मुकाबला करके दिखाया है। ये नहीं हारदे। उस वेले अबदाली खिज के कहंदा इन्हां दे घर काट कित्थे ने, ये कित्थे रहिंदे ने, ते अग्यों फिर दसन वाला कहंदा इन्हां दा घर काट जंगल ने, ये रात नूं घोड़ियां दीयां काठियां ते सौ के गुजारा कर लैंदे ने, ये दुनिया दी मोह ममता तो बिल्कुल पासे ने। कहंदे होर कोई इन्हां दीयां ऊणताइयां, ते कहंदा इन्हां दीयां ऊणताइयां ये ने अपने इखलाक दे पक्के ने, अपने करैक्टर दे पक्के ने, ये कदे भी अपने करैक्टर तो डिगदे नहीं। अपनियां दूसरियां तां की ये दुश्मन दीयां धीआं भैणां नूं भी भैणां समझ के ते अपनियां धीआं समझ के उन्हां दी इज्जत पत दे राखे बनदे ने। इहो जिहा जदों सिख कौम दीयां सिफतां दा परुल इस अबदाली दे सामने बनिया, वो जानदा सी क्योंकि जेतू सूरमा होया अपने जमाने विच, जो ओदी बहादरी है, जो ओदा इस तरीके दे नाल सूरमगति वाला कर्म है, उन्होंने पासे नहीं किया जा सकता। जेतू जरनैल होया अपने जमाने दे विच, और जानदा है, कहन लगा जिहो जे अखलाक वाले सूरमे ने वो समा दूर नहीं, जे इन्हां नूं किसी ने ठल ना पाई ये इस देश के मालक बनणगे, इस देश के राजे बनणगे। उस हालात विच कहंदा मैं हुण अगली फेरी इत्थे आवांगा, मेरे निशाने दे उत्ते कोई राजपूत नहीं होएगा, मेरे निशाने दे उत्ते कोई मरहटा नहीं होएगा, मेरे निशाने दे उत्ते कोई इस देश की लुट कसुट नहीं होवेगी। मैं अगले हमले दे विच केवल इन्हां सिखां नूं निशाना बना के आवांगा ते इन्हां दा नास तो बूद कर देवांगा, भाव के इन्हां दीयां अणखां खत्म कर देवांगा, इन्हां नूं जन्म देण वालियां मावां खत्म कर देवांगा, मैं कौम दा नामो निशान मिटा देवांगा। इतिहादक दा इह कुछ कह के आप तां चले आ गया। इधर सिख जरनैलां दी कुछ होर बरत बनी, इन्हां ने इर्द गिर्द दे इलाकिਆਂ ਦੇ ਵਿੱਚ ਆਪਣੇ कब्जे कीते। हौली हौली लाहौर ਦੇ ਉੱਤੇ कब्जा ਕੀਤਾ। लाहौर ਦਾ केवल शाही किला अबदाली ਦੇ जरनैल ਦੇ ਥੱਲੇ ਰਹਿ ਗਿਆ, बाकी सारे शहर ਦਾ कब्जा सिखां ਦੀ फौज ਦੇ कंट्रोल ਵਿੱਚ हो गया। ਇਹ ਸਾਰੀਆਂ ਦੀਆਂ ਸਾਰੀਆਂ ਖਬਰਾਂ मैं बड़ा संखेप ਵਿੱਚ ਬੇਨਤੀ ਕਰ ਰਿਹਾ, ਕਿਤੇ ਪੜਿਓ ਇਹਨਾਂ ਬੁੱਕਾਂ ਨੂੰ, ਕਿਤੇ ਸਿੱਖ ਇਤਿਹਾਸ ਦੀਆਂ ਨਾ ਬੁੱਕਾਂ ਨੂੰ, ਬੜਾ ਵਿਸਥਾਰ ਹੈ ਇਹਨਾਂ ਇਤਿਹਾਸ ਦੇ ਪੰਨਿਆਂ ਦਾ। ਉਹਦੇ ਆਧਾਰ ਤੇ ਜਦੋਂ ਇਹ ਸਾਰਾ ਕਬਜ਼ਾ ਹੋ ਗਿਆ, शाही किले लाहौर दे विच इहदा सूबेदार जिहड़ा फौजां लैके बैठा ते अपने आप नूं मानो उस किले दा कैदी मन बैठा। हुण कहण लगा बाहर ते निकल नहीं सकदा, क्योंकि लाहौर दे बाकी शहर विच सिखां दा कब्जा है। लाहौर दी बाकी उम्मत ने, बाकी जनता ने सिखां दा राज स्वीकार कर लिया है, उन्हां दी अधीनगी मन ली है। इहदा सूबेदार लाहौर विच फौजां लैके बैठा भी गुलाम समझदा अपने आप नूं। सुनेहा भेजिया अफगानिस्तान विच मैं मारिया गया। जे इस तरह इन्हां दा हौसला चलता गया, ये लाहौर का किला भी कब्जा कर लैणगे, मैनू भी मौत के घाट उतारनगे। उधर मलेरकोटले वाले, सरहंद वाले, इस तरीके दे नाल होर कई इर्द गिर्द के इलाकों वाले जदों ये सुरा सिर चुकते हैं, सिख खालसे फौजां इन्हां नूं दबा लैंदियां ने। जदों इत्थों तक कब्जा होया तो एक आप जी नूं बहुत चेता होवेगा कि भाई तारू सिंह साहब जी कह लीए, होर गुरु के परवाने शहीदां दा जो शहीदी संबंध है, एक गुरु का जंडियाला जिन्होंने कहा जाता, पर गुरु का जंडियाला कहा नहीं जा सकता, क्योंकि उत्थे ये हिंदाल दी जात पात वाले अगे उन्हां दीयां पीढ़ियां दर पीढ़ियां वसदियां सन। ये भाई हिंदाल गुरु अमरदास साहब दा सिख होया, और गुरु अमरदास साहब के चरणों दीयां सेवावां करके इहनूं सिੱਖੀ प्रचार की मंजी दित्ती महाराज ने। पर इहदियां अंसां बंसां विगड़ गईयां, चरित्र तो हीणियां हो गईयां, लोभ लालची हो गईयां। उन्होंने सिख कौम नाल दगे करने, गदारियां करनियां शुरू कर दित्तियां। समा जिहड़ा इह चल रहा सी, इहदे विच इहदियां अंसां बंसां विचों अगिया भगत निरंजनियां इसे ही गुरु के जंडियाले दा वसदा। गुरु के खालसे ने हुण इहदे वल नूं मूंह कीता, क्योंकि इन्हें सिखां ते जुल्म बड़ा कीता ते कराया। ਜਿਹੜੀਆਂ मीर मन्नू दीयां जेलां विच साडियां धीआं ते भैणां कैद होईयां, जिन्हां दे बच्चे खो खो के उन्हां दीयां आंदरां कट के टुकड़े कर करके उन्हां दीयां आंदरां दे हार परो के उन्हां मावां ते धीआं दे गलां विच हार पवाए गए। वो सब कासे दा करता धरता ते कराउण वाला भगत निरंजनीया है। भाई तारू सिंह नूं शहीद करवाउण वाला भाई भगत निरंजनीया है। जदों ये कुछ सिख खालसा फौज दे पैर जम्मे तां उस वेले भगत निरंजनीए वल होए। भगत निरंजनीए नूं इहदे घरे जाकर के छोटा जिहा किला जिहड़ा बनाया सी, उत्थे घेरा पा लिया। इन्हें अग्यों फिर उस अबदाली वल
ਸੁਨੇਹਾ ਭੇਜਿਆ 1 ਲੱਖ ਰੁਪਏ ਦੀ ਭੇਟਾ ਦੇ ਕੇ मैं सब कुछ तुहाडे अगे तुहाडी ईन मनदा हां ते गां भी मन्नांगा। मैनू सिखां ने मार देना, मेरे घर नूं आण के घेरा पा लिया, मेरे किले नूं, मेरी मदद वास्ते आओ। उस वेले कहंदे 1 ਲੱਖ की गिनती लै करके अबदाली इस भगत नरंजीए की मदद वास्ते आया। खैर इथों गां तुरदे हां, उथों अगे जल करके फिर मलेरकोटले के इलाके वालियां सारियां मुसलमानां सूबेदारां ने भी अपनियां फरियादां भेजियां। वो आण करके पट्टी की रियासत विच इस अबदाली नूं भी मिलदे ने। उधर खालसा फौज जिहड़े जिन्हां ने अबदाली दे आउण दी खबर सुन लई सी, उन्हां नूं पता सी क्योंकि इस पिछले साल दी विसाखी खालसे ने अकाल तख्त साहिब दे मनाई है, पर उहदे तो बाद जो अबदाली का हुण फिर हमला होने वाला है, उहदे तो पहला मैं बेनती कर चुका जिहड़ियां धीआं भैणां मातावां नूं गिरफ्तार करके तसीहे दिते गए। पता सी सिंह जंगलां 'च जा लुकदे ने, पर हुण इन्हां दुश्मनां ने यह रीत फड़ लई है भी वो जंगलों में लुके हुए सिपाहियां सिखां दियां पिछे धीआं भैणां परिवार बच्चियां नूं दुख दो, उन्हां नूं कतल करो, उन्हां ते जुल्म करो। हुण इस वारी खालसे ने रिस्क नहीं लिया। हुण खालसे ने अपने परिवार, भावें उन्हां विच बजुर्ग सन, भावें मातावां सन, भावें धीआं भैणां बच्चियां सन, भावें खालसा जी साडियां धीआं भैणां जो बहु बेटियां दे रूप सन, वो गां बच्चियां नूं जन्म दे के मां बनन वालियां सन। उस वेले खालसे ने सारे दे सारा अपना परिवार भी नाल इकट्ठा करके अगे तुर लिया। पंजाब वाले इस माझे वाले पासियों सो मालवे की धरती वाल नूं जाना है, क्योंकि इधर अगले जंगल बहुत संघने ने। इहदे तो पहला जे मैं भुलदा ना होवां ते 1746 विच एक वाकया वापर चुका सी कानूवान दे शंभ वाला, जेड़ा इसे तरीके दे नाल जसपत ते लखपत राय जगरिया खान दे सूबेदारां ने सिख कौम दे उत्ते जुल्म कीता सी। इस कानूवान दे शंभ दे विच लगभग 11 तो 15,000 कौम इक्को दिन कतल हुई सी। उस नूं छोटा घल्लूघारा कहा जाता है कानूवान दे शंभ दे जंग नूं। यह कहानी साडे सिर ते वापर चुकी सी। इहदे तो पहला हुण खालसा रिस्क नहीं सी लेना चाहुंदा, क्योंकि इधरले इलाके वाले जंगल छोटे ने। खालसे ने अपने परिवारों समेत सारा इकट्ठा किया काफिला हुण मालवे के वड्डे जंगलों में जा करके अपना ठा लैनी सी, आसरा लेना सी। उधरले बन्ने जदों अबदाली नूं इस गल का पता लगता है, अबदाली कोले जदों पट्टी दे इस शहर दे विच मलेरकोटले वाले, सरहंद वाले जां होर कुछ मुसलमान सूबेदार आण के मिलते हैं, उन्हां नूं फिर इन्हें कहा कि हुण गल रखियो गुप्त, तुसीं जाओ, जा करके जेड़ा खालसा अपने परिवारां दा वहीर लैके मालवे मलेरकोटले वाले थानी इस राह थानी अगे जाना है, बरनाले वाली साइड ते जा करके इन्हें जंगलों च प्रवेश करना है। तुसीं इन्हां दा 2-3 राह रोको, भाव के निके मुटे जंग छेड़ी छड्डो, इन्हां नूं अगे तुरना दिओ। बस अज तुसीं मैनूं मिल के गए हो, कल दा दिन छड्डो, परसों दी सवेर दी पौ फुट दी लाली नाल मैं आण के इन्हां दा राह रोकांगा। पट्टी तो लगभग जे मैं भुलदा ना होवां तो 30 कोह की दूरी, 30-35 कोह की दूरी। इन्हें जिवें रातों राती अपनियां फौजां समेत घोड़े दड़ाए, नाल होर पिंडां दा मुसलमान जां जिहड़े इस तरह मुगल पठान आदि जरनैल सन, छोटे मोटे सो सूबेदार सन, उन्हां सारियां नूं इकट्ठे करके पिंड दीयां होर धारां पिंडां दीयां जिहड़ियां इकट्ठियां हो जांदियां ने लुੱਟ घसुੱਟ दे नां ते, वो सारी दी सारी फौज इकट्ठी करके इस हमले विच जे लिखतां पढ़ के वेने तो लगभग अबदाली की 3 लाख फौज इकट्ठी होके आई है। सारा कुछ इकट्ठा करके वेखीए तो 3 लाख की गिनती के करीब फौज इकट्ठी होके आउंदी है। ते सिख कौम उस वेले जिस वेले अबदाली 3 लाख फौज लैके सानू खत्म करने वास्ते आया है, उस वेले साडे सारी गिनती कौम की, खिमा करियो गुरु ग्रंथ साहिब की ताबिया बैठा मैं झिझक के ये गल कहना, पर जो लिखता अनुसार मिलता है कि लगभग साडी सारी कौम की गिनती उस वेले 90,000 की है। विचे बुजुर्ग, विचे मातावां, विचे धीआं बच्चियां, विचे बच्चे, सारा कुछ गिनती करके साडी लगभग सारी गिनती उस वेले 90,000 की है। कि उन्हां विचों लड़न वाले जिहड़े सन वो केवल 20-25,000 सन। 3 लाख फौज का टिड्डी दल लै करके अबदाली तुर रहा है। उधर मलेरकोटले वाले जां सरहंद वाले निके निके सूबेदारां ने जो राह रोकिया, सिख अवेसले सन। जरनैलों की गल मैं पहलों कर चुका हाँ, नवाब कपूर सिंह हन, सरदार जस्सा सिंह रामगढ़िया है, सुल्ताने उल कौम सरदार जस्सा सिंह आलूवालिया है, सरदार चढ़त सिंह शुगर चकिया, महाराजा रणजीत सिंह का दादा, इत्यादि के सिख खालसा दल के जरनैल ने। ये बड़े अवेसले जे बैठे हुए ने भी कोई गल नहीं, मलेरकोटले वाले सरहंद वालियां नाल ते रोज ही साडा पंगा पिया रहिंदा। ये की ने, इन्हां नूं ते सिमंदे ही कुछ नहीं।
ਅਵੇਸਲੇ ਦੇ ਵਿੱਚ ਇਸ ਪ੍ਰਕਾਰ ਇਹਨਾਂ ਨਾਲ ਮੁਕਾਬਲਾ ਵੀ ਕਰਦੇ ਨੇ ਤੇ ਆਪਣਾ ਸਾਰਾ ਕਾਫਲਾ ਜਿਹੜਾ ਹੈ ਉਹਨੂੰ ਹੌਲੀ ਹੌਲੀ ਅੱਗੇ ਤੁਰੀ ਜਾਂਦੇ ਨੇ ਕਿ ਅਸੀਂ ਜੰਗਲਾਂ 'ਚ ਜਾਣਾ। ਇਸ ਤਰ੍ਹਾਂ ਜਦੋਂ ਇਹ ਪੱਟੀ ਵਾਲੀ ਇਹਨਾਂ ਦੀ ਮੀਟਿੰਗ ਹੋਈ ਤੇ ਤੀਜੇ ਦਿਨ ਦੀ ਪੌ ਫੁੱਟ ਦੀ ਨਾਲ ਇਹ ਬਰਨਾਲੇ ਇਸੇ ਤਰ੍ਹਾਂ ਮਲੇਰਕੋਟਲੇ ਦੇ ਲਾਗੇ ਇਸ ਅਬਦਾਲੀ ਦੀਆਂ ਫੌਜਾਂ ਸਵੇਰ ਸ਼ਾਰ ਦੇ ਚੜ੍ਹਦੇ ਸੂਰਜ ਦੀ ਲਾਲੀ ਨਾਲ ਖਾਲਸਾ ਪੌਲ ਤੇ ਆਣ ਕੇ ਟੁੱਟ ਪਈਆਂ। ਅਵੇਸਲੇ ਵਿੱਚ ਇਹ ਹੋਇਆ ਹਮਲਾ ਵਾਕਿਆ ਹੀ ਖਾਲਸੇ ਫੌਜ ਨੂੰ ਸਹਾਰਨਾ ਬੜਾ ਔਖਾ ਸੀ। ਜਦੋਂ ਅਚਨਚੇਤ ਦਾ 3 ਲੱਖ ਦੁਸ਼ਮਣ ਦਾ ਵੈਰੀ ਆਣ ਕੇ ਲੜਨ ਵਾਲੇ ਕੇਵਲ 20,000 ਹੋਣ ਤੇ ਉਹਨਾਂ ਖਾਲਸਾਈ ਫੌਜਾਂ ਤੇ ਆਣ ਕੇ ਟੁੱਟ ਜਾਏ, ਹੌਸਲੇ ਤੇ ਇੱਕ ਵਾਰੀ ਟੁੱਟ ਸਕਦੇ ਸਨ। ਅਚਨਚੇਤ ਆਣ ਕੇ ਪਿਆ ਇਹ ਦੁਸ਼ਮਣ, ਫਿਰ ਵੀ ਗੁਰੂ ਕੇ ਖਾਲਸਾ ਨੇ ਆਪਣੇ ਪੈਤਰੇ ਸੰਭਾਲੇ। ਮੈਂ ਬਹੁਤ ਵਿਸਥਾਰ ਵਿੱਚ ਨਹੀਂ ਜਾ ਸਕਦਾ ਇਸ ਇਤਿਹਾਸ ਦੇ ਪੰਨੇ ਤੇ। ਬੜਾ ਭਾਰੀ ਸਵੇਰ ਦੀ ਪੌ ਫੁੱਟ ਦੀ ਲਾਲੀ ਤੋਂ ਇਹ ਜੰਗ ਆਰੰਭ ਹੁੰਦਾ ਹੈ ਤੇ ਇਹਨਾਂ ਖਾਲਸਾਈ ਜਰਨੈਲਾਂ ਦੇ ਮਨਾਂ ਵਿੱਚ ਵੀ ਬੜੇ ਚਿਰ ਦਾ ਇਹ ਭਰਿਆ ਹੋਇਆ ਸੀ ਕਿ ਕਿਤੇ ਅਬਦਾਲੀ ਮੂੰਹ ਲੱਗੇ, ਫਿਰ ਉਹਦੇ ਨਾਲ 2 ਹੱਥ ਕਰਕੇ ਵੇਖੀਏ ਫਿਰ ਬਣਦਾ ਕੀ ਏ। ਮੈਦਾਨੇ ਜੰਗ ਵਿੱਚ ਦੂਸਰਿਆਂ ਦੀਆਂ ਮਾਵਾਂ ਦੇ ਪੁੱਤ ਮਰਵਾ ਲੈਣ ਦਾ ਸ਼ੌਂਕ ਤੇ ਬੜਾ ਇਹਨੂੰ, ਕਿਤੇ ਆਪ ਸਾਹਮਣੇ ਆਵੇ ਸਾਡੇ ਨਾਲ 2 ਹੱਥ ਕਰਕੇ ਵੇਖੇ ਤੇ ਫਿਰ ਪਤਾ ਲੱਗੇ। ਇਸ ਜੰਗ ਦੇ ਵਿੱਚ ਸਰਦਾਰ ਚਰਤ ਸਿੰਘ ਸ਼ੁਕਰ ਚੱਕੀਏ ਨੇ ਜਾ ਕੇ ਸਿੱਧਾ ਵੀ ਇਹਦੀਆਂ ਫੌਜਾਂ ਵਿੱਚ ਇਕੱਲਾ ਹੀ ਜਾ ਕੇ ਪ੍ਰਵੇਸ਼ ਹੋ ਗਿਆ ਸੀ, ਆਪਣੇ ਕੁਝ ਬੰਦੇ ਲੈ ਕੇ, ਕੁਝ ਸੂਰਮੇ ਨਾਲ ਲੈ ਕੇ, ਤੇ ਨਾਲ ਉੱਚੀ ਉੱਚੀ ਆਵਾਜ਼ਾਂ ਮਾਰਦੇ ਨੇ, ਅਬਦਾਲੀ ਦੂਸਰੀਆਂ ਮਾਵਾਂ ਦੇ ਪੁੱਤ ਨਾ ਮਰਵਾ, ਜੇ ਜੰਗ ਕਰਨ ਦਾ ਸ਼ੌਂਕ ਹੈ ਤੇ ਸਾਹਮਣੇ ਆ, ਫਿਰ ਪਤਾ ਲੱਗੇਗਾ ਵੀ ਜੰਗ ਕੀ ਹੁੰਦਾ ਹੈ। ਪਰ ਜਰਨੈਲ ਇਹੋ ਜਿਹੇ ਜਿਹੜੇ ਹੁੰਦੇ ਨੇ ਸਾਹਮਣੇ ਆ ਕੇ ਅੱਗੇ ਲੜਦੇ ਨਹੀਂ, ਇਹ ਦੂਸਰਿਆਂ ਨੂੰ ਲੜਾਉਂਦੇ ਨੇ, ਆਪਣੇ ਗਾਂ ਸੈਨਾਪਤੀਆਂ ਨੂੰ ਜਰਨੈਲਾਂ ਨੂੰ ਲੜਾਉਂਦੇ ਨੇ। ਇੱਥੋਂ ਤੱਕ ਨਾ ਪਹੁੰਚ ਪਾਇਆ, ਰਸਤੇ ਵਿੱਚ ਹੀ ਜੰਗ ਦੀ ਮੁੱਠ ਭੇੜ ਹੋਈ। ਹੋਰ ਗੁਰਕੀਆਂ ਫੌਜਾਂ ਨੇ ਆਣ ਕਰਕੇ ਇਹਨਾਂ ਦੀ ਮਦਦ ਕੀਤੀ ਤੇ ਇਹਨਾਂ ਦੀ ਭੇੜ ਵਿੱਚੋਂ ਨਿਕਲੇ। ਖੈਰ ਇਹ ਜੰਗ ਹੁੰਦਾ ਹੋਇਆ ਕੁਝ ਕੁ ਪਿੰਡਾਂ ਦੀ ਗਿਣਤੀ ਉੱਥੇ ਆਉਂਦੀ ਹੈ, ਧਲੇਰ, ਧਨੇਰ, ਸੋ ਇਸੇ ਤਰ੍ਹਾਂ ਕਾਲੀਆਂ ਬਾਹਮਣੀਆਂ, ਇਸੇ ਤਰੀਕੇ ਦੇ ਨਾਲ ਕੋਪਰ ਹੀੜਾ, ਇਹ ਪਿੰਡਾਂ ਦੇ ਨਾਂ ਨੇ ਉਸ ਵੇਲੇ। ਇਹਨਾਂ ਸਾਰੇ ਹੀ ਪਿੰਡਾਂ ਦੇ ਇਲਾਕੇ ਵਿੱਚ ਇਹ ਜੰਗ ਦੀ ਆਰੰਭ ਹੁੰਦੀ ਹੈ ਸਵੇਰੇ। ਤੇ ਗੁਰੂ ਕੀ ਖਾਲਸਾ ਸਾਧ ਸੰਗਤ ਜੀ, ਉਸ ਵੇਲੇ ਖਾਲਸਾ ਫੌਜ ਦੇ ਅੱਗੇ 2 ਚੁਣੌਤੀਆਂ ਸਨ। ਇੱਕ ਆਏ ਐਸੇ ਟਿੱਡੀ ਦਲ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ, ਤੇ ਦੂਸਰਾ ਜੋ ਆਪਣੇ ਪਰਿਵਾਰਾਂ ਦਾ, ਧੀਆਂ ਬੱਚਿਆਂ ਬਜ਼ੁਰਗਾਂ ਦਾ ਕਾਫਲਾ ਹੈ ਉਹਨੂੰ ਸੁਰੱਖਿਅਤ ਅੱਗੇ ਲੈ ਕੇ ਜਾਣਾ ਹੈ, ਉਹਦੇ ਤੇ ਕੋਈ ਆਂਚ ਨਾ ਆਵੇ। ਇਸ ਕਰਕੇ ਗੁਲਾਈ ਜੀ ਦੇ ਵਿੱਚ ਆਪਣਾ ਮੋਰਚਾ ਬਣਾ ਕੇ ਪਰਿਵਾਰਾਂ ਦਾ ਕਾਫਲਾ ਵਿੱਚ ਲੈ ਲਿਆ। 3 ਸਾਈਡਾਂ ਤੋਂ 3 ਜਰਨੈਲਾਂ ਦੀਆਂ ਫੌਜਾਂ ਲੜਦੀਆਂ ਨੇ ਤੇ ਬਾਕੀ ਅਗਲੇ ਪਾਸੇ ਜਿੱਧਰ ਨੂੰ ਤੁਰਨਾ ਉਹ ਪਾਸਾ ਖਾਲੀ ਛੱਡਿਆ। ਪਰ ਕੁਝ ਜਿਹੜੇ ਮਿਸ਼ਲਾਂ ਦੇ ਸੈਨਾਪਤੀ ਸਨ ਉਹਨਾਂ ਨੂੰ ਮਾਨੋ ਰਿਜ਼ਰਵ ਕੋਟੇ ਵਿੱਚ ਰੱਖਿਆ ਹੈ ਵੀ ਜਿਹੜੀਆਂ 3 ਸਾਈਡਾਂ ਦੁਸ਼ਮਣ ਨਾਲ ਲੜ ਲਈਆਂ ਨੇ ਉਹਦਾ ਵਿੱਚੋਂ ਜਿਹੜੀ ਕਮਜ਼ੋਰ ਪਏ ਰਿਜ਼ਰਵ ਵਾਲੇ ਉਹਨਾਂ ਦੀ ਹੈਲਪ ਕਰਨਗੇ ਜਾ ਕਰਕੇ ਤੇ ਫਿਰ ਬੋਲਬਾਲੇ ਹੋਣਗੇ। ਜੇ ਕੋਈ ਅੱਗੇੋਂ ਦੀ ਹੋ ਕੇ ਹਮਲਾ ਕਰੇ ਤੇ ਰਿਜ਼ਰਵ ਵਾਲੇ ਉੱਥੋਂ ਜਾ ਕਰਕੇ ਪਰਿਵਾਰਾਂ ਦੀ ਰਾਖੀ ਕਰਨਗੇ। ਇਸ ਤਰ੍ਹਾਂ ਇਹ ਜੰਗ ਯੁੱਧ ਕਰਦਿਆਂ ਕਰਾਉਂਦਿਆਂ ਇੱਕ ਵੇਲੇ ਕਹਿੰਦੇ ਇਹ ਸਮਾਂ ਬਣ ਗਿਆ ਵੀ ਇਹ ਜੰਗ ਦਾ ਕਾਫਲਾ ਜਿਹੜਾ ਸੀ, ਮੈਦਾਨ ਸੀ, ਉਹ ਲਗਭਗ 4-5 ਕੋਹ ਦੀ ਦੂਰੀ ਵਿੱਚ ਖਿਲਰ ਗਿਆ। ਜਦੋਂ ਇੰਨਾ ਚੌੜੇ ਇਲਾਕੇ ਵਿੱਚ ਇਹ ਜੰਗ ਖਿਲਰ ਗਿਆ, ਹੁਣ ਖਾਲਸਾ ਫੌਜ ਬਹੁਤ ਥੋੜੀ ਸੀ, ਖਿਲਰੇ ਹੋਏ ਥਾਂ ਦੇ ਵਿੱਚ ਬੜੀ ਥੋੜੀ ਗਿਣਤੀ ਰਹਿ ਗਈ। ਉਸ ਅਨੁਸਾਰ ਜਦੋਂ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਨਾਂ ਦਾ ਕਾਫਲਾ ਅੱਗੇ ਤੁਰਿਆ ਜਾਂਦਾ ਹੈ, ਉਹਨੇ ਦੂਜੇ ਬੰਨਿਓਂ ਦੀ ਆਪਣੀਆਂ ਫੌਜਾਂ ਦੇ ਸੈਨਾਪਤੀ ਭੇਜ ਕੇ ਤੇ ਇਸ ਖਿਲਰੇ ਹੋਏ ਮੈਦਾਨ ਦੇ ਜੰਗ ਵਿੱਚ ਵੜ ਕੇ ਜਾ ਕਰਕੇ ਤੇ ਸਾਡੇ ਬਜ਼ੁਰਗਾਂ ਦੇ ਉੱਪਰ, ਪਰਿਵਾਰਾਂ ਦੇ ਕਾਫਲਿਆਂ ਦੇ ਉੱਤੇ ਅੰਧਾ ਧੁੰਦ ਗੋਲੀਆਂ, ਤਲਵਾਰਾਂ, ਬੰਦੂਕਾਂ, ਟਕੂਏ ਚਲਾ ਕਰਕੇ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਬਸ ਇਹਦੇ ਤੇ ਅੱਗੇ ਜਾ ਕਰਕੇ ਇਤਿਹਾਸ ਦੇ ਪੰਨੇ ਪੜੋ। ਜਦੋਂ ਇਸ ਤਰ੍ਹਾਂ ਹੋਇਆ ਤੇ ਉਸ ਵੇਲੇ ਕੌਮੀ ਜਰਨੈਲਾਂ ਨੇ ਮਾਨੋ ਉੱਚੀ ਆਵਾਜ਼ ਵਿੱਚ ਹੀ ਕੁਝ ਆਪਣਾ ਗੁਰਮਤਾ ਕੀਤਾ ਤੇ 15 ਤੋਂ 20 ਮਿੰਟਾਂ ਦੇ ਵਿੱਚ ਸਾਰਾ ਹੀ ਉਹ ਜੰਗੀ ਸਮਾਨ ਫਿਰ ਆਪਣੇ ਆਪ ਦੇ ਵਿੱਚ ਜਿਹੜਾ 4 ਕੋਹ ਦੇ ਵਿੱਚ ਫੈਲ ਗਿਆ ਸੀ ਉਹਨੂੰ ਬਹੁਤ ਸੁੰਗੜਵੇਂ ਇਲਾਕੇ 'ਚ ਕਰ ਲਿਆ, ਬਹੁਤ ਥੋੜੇ ਇਕੱਠੇ ਰੂਪ ਦੇ ਵਿੱਚ ਕਰ ਲਿਆ। ਜਿਹੜੀ ਵਿੱਚ ਬੜੀ ਅਬਦਾਲੀ ਦੀ ਫੌਜ ਸੀ ਉਹਨੂੰ ਮਰ ਕੇ ਹੀ ਉੱਥੋਂ ਸਾਹ ਲੈਣਾ ਪਿਆ, ਬਾਕੀ ਜਿਉਂਦਾ ਬਾਹਰ ਨਾ ਨਿਕਲੀ। ਇਤਿਹਾਸਕ ਦੇ ਐਸੇ ਤਰੀਕੇ ਦੇ ਨਾਲ ਤੁਰਦਿਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜ਼ਿਕਰ ਆਉਂਦਾ ਕਿ ਜੱਸਾ ਸਿੰਘ ਆਹਲੂਵਾਲੀਏ ਦੇ ਸਰੀਰ ਉੱਤੇ ਗੋਲੀਆਂ ਦੇ, ਬਰਸ਼ੀਆਂ ਦੇ ਜਾਂ ਤਲਵਾਰਾਂ ਦੇ 22 ਫੱਟ ਲੱਗੇ ਨੇ। 22 ਫੱਟ ਅਰਥਾਤ ਸਰੀਰ ਦੀ ਜੇ 6 ਫੁੱਟ ਦੀ ਗਿਣਤੀ ਵੀ ਕਰ ਲਈਏ ਨਾ ਵੀ 6 ਫੁੱਟ ਲੰਬਾ ਸਰੀਰ ਹੈ ਤੇ ਮਾਨੋ ਪੈਰਾਂ ਤੋਂ ਲੈ ਕੇ ਹਰ 4 ਇੰਚ ਬਾਅਦ ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ ਸਰੀਰ ਤੇ ਫੱਟ ਆ। ਵਾਹਿਗੁਰੂ, ਜੇ 22 ਫੁੱਟ ਜਾਂ 24 ਫੁੱਟ ਦੇ ਨੇੜੇ ਤੇੜੇ ਚੱਲੀਏ ਤੇ ਫਿਰ 3 ਇੰਚੀ ਦੇ ਕਰੀਬ
फर्क विच शरीर ते फाटिया। ते जिहड़ा सरदार चड़त सिंह सीगे उन्हां दे शरीर दे उत्ते जिक्र आउंदा भी 18 फुट लगे ने। वो जिहड़े 18 फुट ने, जे 6 फुट का शरीर भी मन के चलीए तो हर 4 इंच बाद शरीर का फाटिया। किते गोली लगी है, किते तलवार लगी है, किते बरछी लगी है। एहो जे फट खा के गुरु के लाल, गुरु के सूरमे सवेर तो लैके ते शाम पै गई है अज। ते इस शाम पैंदी तक सारे दिन दियां लड़ाइयां विच ना बजुर्गां कोले, ना बच्चियां कोले, ना मातावां कोले, ना भैणां कोले, ना किसी लन वाले सूरमे कोले खाण वाला पदार्थ भोजन प्रसाद लंगर ते की सवेर तो लैके ते शाम तक लड़दियां लड़दियां पानी की घुट नहीं नसीब हुई किसी नूं। बिना पानी बिना कुछ खाधे पीते सारा दिन लड़े ने गुरु के लाल। जस्सा सिंह आलूवालिए सुल्ताने अल कौम के बारे इस जंग विच यह लिखिया मिलता है कि सवेर तो लड़दियां लड़दियां सारा दिन भुखन भाना घोड़े ते चढ़ के पंथ दा जरनैल लड़िया, पर जदों दिन ढलदा है उस वेले घोड़ा जानवर ते थक के हार के कहंदे मैदान जंग विच बह गया भी मेरे कोल हिम्मत नहीं हुण अगे जाण दी। पर कौम दा जरनैल उस वेले अपने घोड़े तो उतर के अपने पैरां ते होके दुश्मन नाल लड़दा है। इथों अगे जाकर के मलेरकोटले तो लंघ के कुछ अगे जंगली इलाका शुरू हो जाता है। हुण इस अबदाली का बिल्कुल जतन यह सी भी जंगल च नहीं जाने चाहिए, पहलों मुकाउणे ने। करदियां कराउंदियां दी वाह ना गई, शामां पै गईयां। जिथे ये जंगल विच प्रवेश होने सी सारे दिन दियां लड़दियां होया जो ध्यान नाल सारे मर रहे सी। इथों अगे हुण सिंघां नूं पता सी, क्योंकि जंगल दे वाकफ ने, इन्हां नूं पता सी कि अगे एक ढाब आउणी है, एक सरोवर आउणा, पानी है। जे उथों तक अबदाली दियां फौजां सही सलामत पहुंच गई, हुण यह चुनौती बन गई भी जे उथों तक पहुंच गई, जे उस पानी ते इन्हां ने कब्जा कर लिया, पानी मिल गया इन्हां नूं, इन्हां दे जानवरां घोड़ियां नूं पानी मिल गया, ते सारे दिन दे थके थकाए जिथे हुण मार खा के मुड़ नूं तैयार ने, इन्हां ने सारी रात फिर खैरा नहीं छड्डना। हुण उस ढाब ते जाके कब्जा कीता भी ये जाने ना जाने जाना वारनियां पै जाणगियां, मौत कबूल कर लैनी, कुर्बानी शहीदी कबूल कर लैनी होवेगी। पर खालसा जी इस जंग की जे जित का सिरा अपने सिर बनना है तो इस ढाब ते कब्जा अबदाली का नहीं होण देना। उस ढाब के उत्ते कब्जा रखने वास्ते भी सैकड़े शहीद होए, पर इस अबदाली दियां फौजां नूं कईयां ने तो लिखिया भी कईयां ने घुट पानी दे पी ले उथों, पर बहुतात इतिहासकारां ने लिखिया भी इस ढाब के पानी विचों अबदाली दियां फौजां ते इहदे घोड़ियां नूं एक घुट तक दा पानी इन्हां नूं नहीं नसीब होण दिता। खालसे इस तरह की तंदी नाल लड़े। इस हालात विच चलदियां चलदियां इस अबदाली कोलों जिन्ना क सिख कौम का काफला परिवारां दा बचिया ते जिन्ने क लड़ाकू जुझारू बचे, सैकड़ियां की गिनती विच शहीद होए खालसे भी, पर नाल नाल जिन्ने के इथों बचे वो भी जिहड़े लड़ाकू सन जां नाल काफला तुरदा सी, इतिहास दे पन्नियां ते लिखिया मिलदा भी फट्टड़ होणों कोई नहीं बचिया, जख्मी सारे ने। शाम पै गई है, हुण शाम तक रोज ढाब ते कब्जा है, उत्थे अगे अबदाली नूं फौज नूं नहीं आउण दिता। इथों हुण हनेरे होण करके अबदाली ने अपनियां फौजां दा मूंह पिछां नूं मोड़ लिया। खालसे ने बाकी अपने जिहड़े फट्टड़ जख्मी सन उन्हां दा इलाज कीता है, ते जदों ये गांह तुरिया ते जिन्ने के एरिए इलाके विचों अपने शहीद होए, गुरु के लाला नूं, गुरु के सेवकां शहीदां नूं इकट्ठे कर सके, उन्हां दा संस्कार कीता। इथों अगे जा करके जंगलों में प्रवेश हो गए। अबदाली कहंदे हुंदे नक चढ़ाउंदा अपने दंद कड़ीचदा वापस मुड़िया कि मैं इस कौम नूं नास तो बूत करने वास्ते आया सी, इहदा धीआं पुत बाल बच्चा खत्म करके जाना है। इस कौम के बंदियां नूं जन्म देने वालियां मावां तक मैं जींदियां नहीं रहन देनियां। जदों उन्होंने वेख्या भी मेरा तो यह काम पूरा नहीं होया, उस वेले फिर गुस्से विच क्रोध विच आया, होर अपने एहलकारां दीयां सलाहां लैंदा है। ते ओ समा सी जदों इस घल्लू घारे तो बाद वापस मुड़दे ने, दरबार साहब दीयां बिल्डिंगां दे थल्ले बरूद दीयां सुरंगां पा दित्तियां ते ओनू पलीता ला के बाल के इस दरबार साहब दीयां नीहां ही बाकी रह गईयां सन। उस वेले अबदाली ने उतली बिल्डिंग सारी उड़ा दित्ती सी बरूद ला के। जिथे अकाल तख्त साहब दा विहड़ा है, जिक्र आउंदा भी उत्थे खलोता होया अपनियां फौजां दे जरनैलां समेत दरबार साहब की इमारत नूं इहदे बरूदां दे कुप्पियां नाल उड्डदियां होया वेख के खुशियां मना रहा है। ते उस दरबार साहब की उड्डदी हुई इमारत विचों एक इट आण के इहदे नक ते वजदी है ते तधिया के डिग पैंदा है। ते उस नक दे इस इट वजे दे जख्म करके दुखी होया लाहौर पहुंचदा है।
ਕੁਝ ਕੁ ਸਮਾਂ ਲਾਹੌਰ ਰਹਿ ਕੇ ਇਲਾਜ ਕਰਾਉਂਦਾ ਤੇ ਨਹੀਂ ਇਹਦਾ ਇਲਾਜ ਹੋ ਸਕਿਆ, ਫਿਰ ਜਾ ਕਰਕੇ ਵਾਪਸ ਅਫਗਾਨਿਸਤਾਨ ਪਹੁੰਚਦਾ ਹੈ। ਉੱਥੇ ਜਿਗਰ ਤਾਂ ਆਉਂਦਾ ਵੀ ਸ਼ਾਇਦ 5-6 ਸਾਲ ਇਹ ਬਾਕੀ ਉਹਦੇ ਤੋਂ ਬਾਅਦ ਜੀਵਿਆ, ਪਰ ਜਿੰਨਾ ਚਿਰ ਜੀਵਿਆ ਇਹਦੇ ਨੱਕ ਤੇ ਵੱਜੀ ਇੱਟ ਵਾਲਾ ਜ਼ਖਮ ਤੇ ਉਸ ਵੱਡੀ ਇੱਟ ਕਰਕੇ ਹੋਣ ਵਾਲਾ ਦਰਦ, ਬਾਕੀ ਸਾਰੀ ਜ਼ਿੰਦਗੀ ਇਹਦਾ ਆਰਾਮ ਨਹੀਂ ਆਇਆ। ਇਹਨੂੰ ਇਸ ਦਰਦ ਨਾਲ, ਇਸ ਜ਼ਖਮ ਨਾਲ ਤਰਲਾਉਂਦਾ ਹੋਇਆ, ਤੜਫਦਾ ਹੋਇਆ, ਫਿਰ ਆਖਰ ਇਸੇ ਜ਼ਖਮ ਦੇ ਕਰਕੇ ਹੀ ਇਹਦੀ ਮੌਤ ਹੋਈ। ਇਹ ਅਬਦਾਲੀ ਇਸ ਤਰ੍ਹਾਂ ਸਿੱਖ ਕੌਮ ਦੇ ਗਲੋਂ ਲੱਥਾ। ਪਰ ਇਧਰਲੇ ਬੰਨੇ ਜੇ ਆ ਕੇ ਵੇਖਣ ਦਾ ਯਤਨ ਕਰੀਏ, ਕੁਝ ਗਿਣਤੀਆਂ ਦੀ ਵਿਚਾਰ ਕਰੀਏ ਕਿ ਇਸ ਮੈਦਾਨੇ ਜੰਗ ਅੰਦਰ, ਕੁੱਪਰ ਹੀੜੇ ਦੇ ਮੈਦਾਨ ਅੰਦਰ ਜੋ ਸਿੱਖ ਕੌਮ ਦੇ ਨਾਲ ਇਹਦਾ ਜੰਗ ਹੋਇਆ, ਉਹਦੇ ਵਿੱਚ ਲੜਨ ਵਾਲੇ ਜੁਝਾਰੂ ਸਿੰਘ, ਬਜ਼ੁਰਗ, ਮਾਈਆਂ, ਬੀਬੀਆਂ, ਬੱਚੇ, ਲਗਭਗ 30,000 ਜਿਹੜੀਆਂ ਜਿੰਦਾਂ ਜਾਨਾਂ ਸਨ, ਉਹ ਇਸ ਮੈਦਾਨੇ ਜੰਗ ਅੰਦਰ ਸ਼ਹੀਦ ਹੋਈਆਂ। 30,000। ਤੇ ਫਿਰ ਇਸੇ ਤਰੀਕੇ ਦੇ ਨਾਲ ਮੈਂ ਪਹਿਲੋਂ ਇੱਕ ਅੱਖਰ ਜ਼ਿਕਰ ਕਰਕੇ ਆਇਆ ਕਿ ਸਾਡੀਆਂ ਨੌਜਵਾਨ ਧੀਆਂ ਭੈਣਾਂ ਬਹੂ ਬੇਟੀਆਂ ਦੇ ਰੂਪ ਵਿੱਚ ਮਾਵਾਂ ਬਣਨ ਦੀ ਅਵਸਥਾ ਵਿੱਚ ਸਨ, ਉਹਨਾਂ ਨੂੰ ਵੀ ਨਾਲ ਹਜੂਮ ਦੇ ਲੈ ਕੇ ਤੁਰਿਆ ਜਾ ਰਿਹਾ ਸੀ। ਜਿਹੜੀਆਂ ਇਸ ਨਿਰਦਈ ਅਬਦਾਲੀ ਦੀਆਂ ਫੌਜਾਂ ਦੇ ਕਾਬੂ ਆਈਆਂ, ਜ਼ਿਕਰ ਆਉਂਦਾ ਉਹਨਾਂ ਜੀਂਦੀਆਂ ਦੇ ਪੇਟਾਂ 'ਚ ਬਰਸ਼ੇ ਮਾਰ ਕੇ ਉਹਨਾਂ ਨੂੰ ਵੀ ਮਾਰਿਆ ਤੇ ਉਹਨਾਂ ਦੇ ਪੇਟ ਅੰਦਰ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 7,000 ਦੇ ਕਰੀਬ ਸਾਡੀਆਂ ਉਹ ਧੀਆਂ ਸਨ ਜਿਹੜੀਆਂ ਮਾਵਾਂ ਬਣਨ ਦੀ ਅਵਸਥਾ ਵਿੱਚ ਅੱਗੇ ਖਾਲਸੇ ਦੀ ਫੌਜ ਨੂੰ ਜਨਮ ਦੇਣਾ ਸੀ, ਆਪਣੇ ਬੱਚਿਆਂ ਸਮੇਤ ਇੱਥੇ ਸ਼ਹੀਦ ਹੋਈਆਂ। ਜੇ ਟੋਟਲ ਕਰਕੇ ਵੇਖੀਏ ਤੇ 30,000 ਜਿੰਦਾ ਜਾਨਾਂ ਸਾਡੀਆਂ ਸ਼ਹੀਦ ਹੋਈਆਂ ਤੇ ਲਗਭਗ 7,000 ਜਿਹੜੀਆਂ ਜਾਨਾਂ ਨੇ ਅਜੇ ਆ ਕੇ ਜਨਮ ਲੈ ਕੇ ਆਪਣਾ ਜੀਵਨ ਆਰੰਭ ਕਰਨਾ ਸੀ, ਉਹ ਵੀ ਇੱਥੇ ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ। 37,000 ਇੱਕ ਦਿਨ ਦਾ ਸਿੱਖ ਕੌਮ ਦਾ ਨੁਕਸਾਨ ਹੋਇਆ, ਇੱਕ ਦਿਨ ਦੀਆਂ ਸ਼ਹੀਦੀਆਂ ਹੋਈਆਂ ਨੇ ਇਸ ਮੈਦਾਨੇ ਜੰਗ ਅੰਦਰ। ਇਹ ਹੈ ਸਿੱਖ ਕੌਮ ਦੇ ਸਿਰ ਤੇ ਵਾਪਰਿਆ ਹੋਇਆ ਵੱਡਾ ਘੱਲੂਘਾਰਾ। ਇਸ ਵੱਡੇ ਘੱਲੂਘਾਰੇ ਦਾ ਦਿਵਸ ਸੀ ਇਸ ਲੰਘੇ ਹਫ਼ਤੇ ਵਿੱਚ ਸ਼ਹੀਦੀ ਦਿਹਾੜਾ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਰਾਗੀ ਢਾਡੀਆਂ ਦੇ ਵੱਲੋਂ ਜਦੋਂ ਇਸ ਇਤਿਹਾਸ ਨੂੰ ਪੇਸ਼ ਕੀਤਾ ਜਾਂਦਾ ਤੇ ਇੱਕ ਗੱਲ ਬੜੇ ਮਾਣ ਨਾਲ ਵੀ ਕਹੀ ਜਾਂਦੀ ਹੈ, ਪਰ ਜੇ ਅੱਜ ਦੇ ਜ਼ਮਾਨੇ ਵੱਲ ਵੇਖਦੇ ਹਾਂ ਤੇ ਫਿਰ ਦੁੱਖ ਨਾਲ ਕਹਿਣੀ ਪੈਂਦੀ ਹੈ। ਕਿਤੇ ਸੁਣ ਕੇ ਵੇਖਿਓ, ਮੈਂ ਪਹਿਲਾਂ ਜ਼ਿਕਰ ਕੀਤਾ, ਸ਼ਾਇਦ ਚੇਤਾ ਹੋਵੇ, ਕਿ ਅਬਦਾਲੀ ਨੇ ਕਈ ਹਮਲੇ ਇਸ ਦੇਸ਼ ਤੇ ਕੀਤੇ। ਮਰਹੱਟਿਆਂ ਤੱਕ, ਰਾਜਪੂਤਾਂ ਤੱਕ ਦੀਆਂ ਧੀਆਂ ਭੈਣਾਂ, ਇਹਨਾਂ ਦਾ ਸਾਰਿਆਂ ਨੌਜਵਾਨ ਬਹੁ ਬੇਟੀ, ਇੱਕ ਵਾਰ 22,000, ਇੱਕ ਵਾਰ 18,000, ਇੱਕ ਵਾਰ 12,000 ਦੀ ਗਿਣਤੀ ਵਿੱਚ ਇੰਨੀਆਂ ਧੀਆਂ ਬਹੁ ਬੇਟੀਆਂ ਨੂੰ ਲੁੱਟ ਕੇ ਕੈਦ ਬਣਾ ਕੇ ਲੈ ਕੇ ਜਾਂਦਾ ਰਿਹਾ। ਪਰ ਜ਼ੁਲਮ ਦਾ ਦਰਿਆ ਨਹੀਂ ਟੱਪਣ ਦਿੱਤਾ ਖਾਲਸੇ ਨੇ। ਪਰ ਜਿਹੜੇ ਸਾਡੇ ਇਤਿਹਾਸਕਾਰ ਨੇ, ਉੱਥੇ ਇਹਨਾਂ ਨੇ ਇੱਕ ਪੁਆਇੰਟ ਨੋਟ ਕੀਤਾ ਵੀ ਇੰਨੀ ਵਾਰ ਇਸ ਅਬਦਾਲੀ ਨੇ ਹਮਲਾ ਕਰਕੇ ਇਸ ਦੇਸ਼ ਦੀ ਪੱਤ ਆਬਰੂ ਲੁੱਟਣ ਦਾ ਯਤਨ ਕੀਤਾ, ਆਪਣੇ ਗ੍ਰਿਫਤਾਰੀ ਵਿੱਚ ਗ੍ਰਿਫਤਾਰ ਕਰਕੇ ਮਜਲੂਮ ਬਣਾ ਕੇ, ਕੈਦੀ ਬਣਾ ਕੇ ਖੜਨ ਦਾ ਯਤਨ ਕੀਤਾ। ਪਰ ਗੁਰੂ ਕੇ ਖਾਲਸਾ ਪੰਥ ਵਾਲਿਓ, ਤੁਹਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦਾ ਕਿ ਇੰਨੀ ਗਿਣਤੀ ਵਿੱਚ 3 ਵਾਰ ਵੀ ਇਹਨੇ ਹਮਲਾ ਕੀਤਾ ਤੇ ਲੁੱਟ ਕੇ ਖੜਦਾ ਰਿਹਾ, ਪਰ ਕੌਰ ਨਾਂ ਵਾਲੀ ਬੀਬੀ ਇੱਕ ਵੀ ਇਹਦੇ ਉਸ ਕੈਦਖਾਨੇ ਵਿੱਚ ਨਹੀਂ ਸੀ ਹੁੰਦੀ। ਭਾਵ ਕਿ ਜਿਹੜੀ ਬੀਬੀ ਸਿੱਖ ਕੌਮ ਦੇ ਘਰ ਜਨਮ ਲੈ ਕੇ ਪੈਦਾ ਹੋਈ ਹੈ, ਉਸ ਬੱਚੀ ਦਾ ਇੱਕ ਵੀ ਨਾਂ ਨਹੀਂ ਆਉਂਦਾ ਵੀ ਇਹਦੀਆਂ ਕੈਦਾਂ ਵਿੱਚ ਉਸ ਦੇ ਕੈਦ ਹੋ ਕੇ ਗਈ। ਇਤਿਹਾਸਕਾਰਾਂ ਨੇ ਜਦੋਂ ਇਹਦੀ ਖੋਜ ਕੀਤੀ ਤੇ ਉਹਦਾ ਕਾਰਨ ਇਹ ਬਣਿਆ ਕਿ ਉਸ ਵੇਲੇ ਜਿਹੜਾ ਸਿੱਖ ਜੁਝਾਰੂ ਆਪ ਜੰਗਾਂ ਯੁੱਧਾਂ ਦੇ ਇਸ ਮੁਕਾਬਲਿਆਂ ਵਿੱਚ ਜੰਗਜੂ ਬਣ ਕੇ ਸ਼ਸਤਰਧਾਰੀ ਹੋ ਕਰਕੇ ਤਿਆਰ ਹੋ ਕੇ ਰਹਿੰਦਾ ਹੈ, ਉਸ ਵੇਲੇ ਦੀਆਂ ਸਾਡੀਆਂ ਧੀਆਂ ਭੈਣਾਂ ਬਹੁ ਬੇਟੀਆਂ ਵੀ ਜੰਗਜੂ ਬਣ ਕੇ ਰਹਿੰਦੀਆਂ ਸੀ, ਭਾਵ ਕਿ ਸ਼ਸਤਰਧਾਰੀ ਹੋ ਕੇ ਰਹਿੰਦੀਆਂ ਸੀ ਤੇ ਸ਼ਸਤਰ ਬਸਤਰ ਚਲਾਉਣ ਦੇ ਉਹਨਾਂ ਨੂੰ ਸਾਰੇ ਗੁਣ ਪ੍ਰਾਪਤ ਹੁੰਦੇ ਸੀ। ਇਸ ਕਰਕੇ ਕੱਲਾ ਦੁਕੱਲਾ ਤੇ ਸਾਡੀ ਉਸ ਧੀ ਭੈਣ ਦੀ ਪੱਤ ਵੱਲੇ ਕੋਈ ਗੱਖ ਭਰ ਕੇ ਵੀ ਨਹੀਂ ਸੀ ਵੇਖ ਸਕਦਾ। ਪਰ ਅਫਸੋਸ ਕਿ ਅੱਜ ਦੀ ਸਾਡੀ ਬੱਚੀ ਨੂੰ ਨਾ ਸ਼ਸਤਰ ਪਹਿਨਣਾ ਚੰਗਾ ਲੱਗਦਾ ਹੈ, ਇਥੋਂ ਤੱਕ ਕਿ 6 ਇੰਚ ਦੀ ਕਿਰਪਾਨ ਪਹਿਣੀ ਗਾਤਰਾ ਪਾ ਕਰਕੇ ਇਹ ਭਾਰ ਮੰਨਦੀ ਏ। ਹੋਰ ਸ਼ਸਤਰ ਬਸਤਰ ਦਾ ਗੁਣ ਲੈਣਾ ਜਾਂ ਇਸ ਤਰ੍ਹਾਂ ਕੋਈ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਇਹਦੇ ਵਿੱਚ ਤੇ ਸ਼ਰਮ ਸਮਝਦੀ ਏ ਸਾਡੀ ਧੀ। ਪਰ ਸਾਡਾ ਪਿਛੋਕੜ ਪੜ੍ਹ ਕੇ ਵੇਖੀਏ, ਸਾਡੀਆਂ ਉਹ ਮਾਵਾਂ ਤੇ ਭੈਣਾਂ ਸਨ। ਅੱਗੇ ਜਾ ਕਰਕੇ ਇੱਕ ਸਮਾਂ ਐਸਾ ਵੀ ਆਉਂਦਾ ਕਿ ਅਕਾਲ ਤਖਤ ਦੇ ਉੱਤੇ ਇੱਕ ਭੈਣ ਨੇ ਆਣ ਕੇ ਇੱਕ ਗੱਲ ਦੱਸੀ ਸੀ ਕਿ ਮੇਰੀ ਪੱਤ ਨੂੰ ਲੁੱਟਣ ਵਾਸਤੇ 3 ਬੰਦੇ ਜਿਹੜੇ ਇਹੋ ਜਿਹੇ ਮੁਗਲਾਂ ਦੀ ਫੌਜ ਦੇ ਆਣ ਕੇ ਪਏ ਤੇ ਜਦੋਂ ਉਹਦੇ ਕੋਲੋਂ ਕੋਈ ਹੀਲਾ ਨਾ ਗਿਆ, ਕੋਈ ਵਸ ਨਾ ਚੱਲਿਆ, ਹੁਣ ਕੱਲੀ ਔਰਤ 3 ਬੰਦਿਆਂ ਦੇ ਸਾਹਮਣੇ ਕੀ ਕਰ ਸਕਦੀ ਹੈ?
ਤੇ ਉਸ ਵੇਲੇ ਉਹਨੇ ਇਹ ਗੱਲ, ਇਹ ਦੁਨੀਆ ਦੀ ਉਸ ਵੇਲੇ ਅਖਬਾਰ ਵਿੱਚ ਛਪੀ ਸੀ ਵੀ ਇਹਨੇ ਬੰਦਿਆਂ ਨੂੰ ਆਪਣੇ ਗਲ ਪਾਈ, ਮਿਆਨੇ ਪਾਈ, ਕਿਰਪਾਨ ਨਾਲ ਕੱਢ ਕੇ ਉਹਨਾਂ ਚੋਂ ਇੱਕ ਨੂੰ ਮੌਤ ਦੇ ਘਾਟ ਉਤਾਰਿਆ ਸੀ, ਦੋਵਾਂ ਨੂੰ ਜ਼ਖਮੀ ਕਰਕੇ ਆਈ ਸੀ, ਤੇ ਆਪ ਜਿੰਦਾ ਆਪਣੀ ਪੱਤ ਬਚਾ ਕੇ ਅਕਾਲ ਤਖਤ ਦੇ ਵਿਹੜੇ ਅੱਗੇ, ਖਾਲਸਾ ਪੰਥ ਦੇ ਅਕਾਲ ਤਖਤ ਦੇ ਅੱਗੇ ਫਰਿਆਦੀ ਹੋਈ ਸੀ ਕਿ ਖਾਲਸਾ ਪੰਥ ਜੀ ਅੱਗੇ ਸਾਡੀਆਂ ਬਹੁ ਬੇਟੀਆਂ ਧੀਆਂ ਨੂੰ ਕਹੋ ਕਿ ਸ਼ਸਤਰਧਾਰੀ ਹੋ ਕੇ ਚੱਲਣ। ਜੇ ਆਪਣੀ ਤੇ ਦੂਸਰਿਆਂ ਦੀ ਪੱਤ ਆਬਰੂ ਬਚਾਉਣੀ ਹੈ ਤੇ ਗੁਰੂ ਬਖਸ਼ਿਆ ਇਹ ਮਾਣ ਮੱਤਾ, ਜੋ ਇਹ ਗੁਣ ਹੈ ਖਾਲਸੇ ਨੂੰ, ਜਿੱਥੇ ਸਿੰਘਾਂ ਨੂੰ ਇਹ ਗੁਣ ਬਖਸ਼ਿਆ ਹੈ, ਉੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਧੀਆਂ ਭੈਣਾਂ ਬੀਬੀਆਂ ਨੂੰ ਵੀ ਇਹ ਗੁਣ ਬਖਸ਼ਿਆ ਹੈ। ਇਹਦੇ ਵਿੱਚ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ। ਜੇ ਇਸ ਪ੍ਰਕਾਰ ਤਿਆਰ ਹੋ ਕੇ ਰਹਾਂਗੇ ਤੇ ਜਿੱਥੇ ਦੁਨੀਆ ਦੇ ਇਹੋ ਜਿਹੇ ਜ਼ੁਲਮ ਕਰਨ ਵਾਲੇ ਜ਼ਾਲਮ ਪਾਪੀ ਇਹੋ ਜਿਹਾ ਕੰਮ, ਇਹੋ ਜਿਹੀ ਕਿਸੇ ਵੀ ਮੰਦੀ ਮੈਲੀ ਨਿਗਾਹ ਨਾਲ ਵੀ ਨਹੀਂ ਵੇਖ ਸਕਦੇ, ਉੱਥੇ ਜੋ ਅੱਜ ਦਾ ਜ਼ਮਾਨਾ, ਇਸ ਅਨੁਸਾਰ ਵੀ ਜਿਹੜੀ ਧੀ ਭੈਣ ਗੁਰੂ ਕੇ ਬਖਸ਼ੇ ਹੋਏ ਬਾਣੀ ਬਾਣੇ ਦੇ ਰੂਪ ਵਿੱਚ ਪ੍ਰਸੰਨ ਹੈ, ਆਪ ਨਾ ਕਿਤੇ ਮਨ ਦੀ ਮੈਲ ਹੋਵੇ ਕਿਸੇ ਨਾਲ। ਜੇ ਆਪ ਮਨ ਦੀ ਪਰਪੱਕ ਹੈ ਤੇ ਕਿਸੇ ਦੂਸਰੇ ਦਾ ਹੌਸਲਾ ਨਹੀਂ ਪੈ ਸਕਦਾ ਤੇਰੀ ਇੱਜ਼ਤ ਵੱਲ ਨੂੰ ਕਿਤੇ ਕਾਲੀ ਨਿਗਾਹ ਨਾਲ ਵੇਖੇ। ਹਾਂ, ਆਪ ਨਾ ਮਨ ਦੀ ਮੈਲੀ ਹੋਵੇ। ਇਸ ਕਰਕੇ ਇਹਨਾਂ ਜੰਗਾਂ ਯੁੱਧਾਂ ਦੇ ਇਤਿਹਾਸਾਂ ਚੋਂ ਕੇਵਲ ਕੰਨ ਰਸ ਨਹੀਂ, ਸਾਡੇ ਜੀਵਨ ਦੇ ਸੁਧਾਰ ਵਾਸਤੇ, ਸਾਡੇ ਜੀਵਨ ਦੇ ਭਲੇ ਵਾਸਤੇ ਸਿੱਖਿਆਵਾਂ ਨੇ। ਜੇ ਇਹਨਾਂ ਨੂੰ ਧਾਰ ਕੇ ਅਪਲਾਈ ਕਰਕੇ ਚੱਲਾਂਗੇ, ਫੇਰ ਹੀ ਕਹਿ ਸਕਦੇ ਹਾਂ ਕਿ ਸਾਡੇ ਕੌਮ ਦੇ ਉਹਨਾਂ ਸ਼ਹੀਦਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਅਸੀਂ ਮੁੱਲ ਦਿੱਤਾ ਵਾਪਸ। ਤੇ ਜੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਨਾ ਚੱਲੇ ਤੇ ਫਿਰ ਤੇ ਠੀਕ ਹੈ, ਮौज ਮਸਤੀ ਮਾਣੋ ਤੇ ਕੰਨ ਰਸ ਦਾ ਸਵਾਦ ਲੈ ਕੇ ਤੇ ਆਪਣੇ ਘਰਾਂ ਚਲੇ ਜਾਓ। ਉਹਨਾਂ ਮਹਾਨ ਗੁਰੂ ਕਿਆਂ ਲਾਲਾਂ, ਗੁਰੂ ਕਿਆਂ ਸੂਰਮਿਆਂ ਦੇ ਪਾਏ ਹੋਏ ਪੂਰਨਿਆਂ, ਗੁਰੂ ਬਖਸ਼ੇ ਹੋਏ ਇਹਨਾਂ ਮਹਾਨ ਗੁਰਮਤ ਦੇ ਅਸੂਲਾਂ ਤੇ ਚੱਲ ਕੇ ਗੁਰੂ ਦੀ ਕਿਰਪਾਲਤਾ ਦੇ ਪਾਤਰ ਬਣ ਸਕਦੇ ਹਾਂ। ਇਹ ਸੀ ਵੱਡਾ ਘੱਲੂਘਾਰਾ ਸ਼ਹੀਦੀ ਦਿਹਾੜਾ।